ਹੈਲੋ ਫਰੈਂਡਸ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਣੇ BA ਸਮੈਸਟਰ 5th ਇੰਗਲਿਸ਼ ਲਿਟਰੇਚਰ। ਆਪਾਂ ਪ੍ਰੋਜ਼ ਸੈਕਸ਼ਨ ਕਰ ਰਹੇ ਸੀ। ਮਾਈ ਮਾਈਂਡ ਟੂ ਮੀ ਅ ਕਿੰਗਡਮ ਇਜ਼ ਆਪਾਂ ਫਸਟ ਜਿਹੜੀ ਪੋਇਮ ਹੈ ਕਰ ਲਈ, ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਸੈਕੰਡ ਜਿਹੜੀ ਪੋਇਮ ਹੈ ਆਪਣੀ ਫਰੋਮ ਹੈਨਰੀ 8th ਰਿਟਨ ਬਾय ਵਿਲੀਅਮ ਸ਼ੇਕਸਪੀਅਰ। ਸੋ ਇਸ ਦਾ ਆਪਾਂ ਕੁਐਸਚਨ ਕਰਨ ਜਾ ਰਹੇ ਹਾਂ। ਮੇਨ ਆਈਡੀਆ, ਸਮਰੀ, ਥੀਮ ਕੁਝ ਵੀ ਆ ਜਾਏ, ਕਾਮਨ ਜਿਹੜਾ ਆਪਣਾ ਆਨਸਰ ਹੈ। ਸੋ ਦੇਖੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰੋਡਕਸ਼ਨ। ਦ ਪ੍ਰੈਜੈਂਟ ਪੋਇਮ ਇਜ਼ ਰਿਟਨ ਬਾय ਵਿਲੀਅਮ ਸ਼ੇਕਸਪੀਅਰ। ਵਿਲੀਅਮ ਸ਼ੇਕਸਪੀਅਰ ਦੁਆਰਾ ਲਿਖੀ ਗਈ ਹੈ ਆਪਣੀ ਪੋਇਮ ਇਹ। ਦ ਗ੍ਰੇਟ ਲਿਟਰਰੀ ਫਿਗਰ, ਜਿਹੜਾ ਕਿ ਲਿਟਰਰੀ ਜਿਹੜੇ ਆਪਣੇ ਰਾਈਟਰ ਨੇ ਲਿਟਰੇਚਰ ਦੇ ਵਿੱਚ, ਉਹਨਾਂ ਦਾ ਬਹੁਤ ਵੱਡਾ ਨਾਮ ਹੈ। ਹਿਜ਼ ਪਲੇਜ਼ ਹੈਵ ਬੀਨ ਡਿਵਾਈਡਡ ਇੰਟੂ 3 ਕੈਟਾਗਰੀਜ਼। ਜਿਹੜੇ ਉਸਦੇ ਪਲੇ ਨੇ ਉਹਨਾਂ ਨੂੰ 3 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਕਾਮੇਡੀ, ਟ੍ਰੈਜਡੀ ਮਤਲਬ ਦੁੱਖ ਵਾਲੇ ਜਿਹੜੇ ਹੋ ਗਏ ਟ੍ਰੈਜਡੀ, ਐਂਡ ਹਿਸਟੋਰੀਕਲ ਤੇ ਜਿਹੜੇ ਆਪਣੇ ਇਤਿਹਾਸ ਨਾਲ ਸੰਬੰਧਿਤ ਹੋ ਗਏ। ਦ ਪ੍ਰੈਜੈਂਟ ਪੋਇਮ ਇਜ਼ ਐਕਸਟ੍ਰੈਕਟ। ਐਕਸਟ੍ਰੈਕਟ ਹੁੰਦਾ ਕੱਢਣਾ। ਦ ਪ੍ਰੈਜੈਂਟ ਪੋਇਮ ਇਜ਼ ਐਕਸਟ੍ਰੈਕਟ ਫਰੋਮ ਹਿਜ਼ ਹਿਸਟੋਰੀਕਲ ਪਲੇ ਕਿੰਗ ਹੈਨਰੀ 8th। ਉਸ ਦਾ ਇੱਕ ਪਲੇ ਹੈ ਵੱਡਾ, ਕਿੰਗ ਹੈਨਰੀ 8th। ਉਸ ਦੇ ਵਿੱਚੋਂ ਜਿਹੜੀ ਆਪਣੀ ਪ੍ਰੈਜੈਂਟ ਅੱਜ ਦੀ ਪੋਇਮ ਹੈ ਉਹ ਕੱਢੀ ਗਈ ਹੈ। ਉਸ ਪਲੇ ਦਾ ਇੱਕ ਛੋਟਾ ਜਿਹਾ ਇਹ ਭਾਗ ਹੈਗਾ। ਹੈਨਰੀ 8th ਵਾਜ਼ ਦ ਕਿੰਗ ਆਫ ਇੰਗਲੈਂਡ। ਜਿਹੜਾ ਹੈਨਰੀ 8th ਹੈ ਇੰਗਲੈਂਡ ਦਾ ਰਾਜਾ ਸੀਗਾ। ਡਿਊਰਿੰਗ ਦ ਪੀਰੀਅਡ ਆਫ 1509 ਟੂ 1547, 1509 ਤੋਂ 1547 ਦੇ ਤੱਕ। ਦ ਪਲੇ ਕਿੰਗ ਹੈਨਰੀ 8th ਡੀਲਸ ਵਿਦ ਦ ਰਿਲੇਸ਼ਨਸ਼ਿਪ ਬਿਟਵੀਨ ਕਿੰਗ ਹੈਨਰੀ ਐਂਡ ਥੋਮਸ ਵੋਲਸੇ। ਜਿਹੜਾ ਆਪਣਾ ਇਹ ਪੋਇਮ ਹੈ ਕਿੰਗ ਹੈਨਰੀ 8th ਜਿਹੜਾ ਪਲੇ ਹੈ, ਇਹ ਕਿਸ ਦੇ ਨਾਲ ਡੀਲ ਕਰਦਾ ਹੈ? ਇਹ ਦਿਖਾਉਂਦਾ ਆਪਾਂ ਨੂੰ ਰਿਲੇਸ਼ਨਸ਼ਿਪ ਕਿੰਗ ਹੈਨਰੀ ਅਤੇ ਥੋਮਸ ਵੋਲਸੇ ਦੇ ਵਿਚਕਾਰ। ਥੋਮਸ ਵੋਲਸੇ ਕੌਣ ਸੀ ਆਪਾਂ ਨੂੰ ਅੱਗੇ ਪਤਾ ਚੱਲੂਗਾ। ਇਸ ਪਲੇ ਦੇ ਵਿੱਚ ਇਹਨਾਂ ਦੀ ਰਿਲੇਸ਼ਨਸ਼ਿਪ ਆਪਸ ਦੇ ਵਿੱਚ ਜਿਹੜੀ ਉਹ ਦਿਖਾਈ ਗਈ ਹੈ। ਸੋ ਅਗਲੀ ਲਾਈਨ ਕੱਟੀ ਹੋਈ ਹੈ, ਕਰਨੀ ਨਹੀਂ। ਅੱਗੇ ਦੇਖੋ ਥੋਮਸ ਵੋਲਸੇ। ਥੋਮਸ ਵੋਲਸੇ ਜਿਹੜਾ ਕੌਣ ਸੀ? ਥੋਮਸ ਵੋਲਸੇ ਵਾਜ਼ ਵੈਰੀ ਕਲੋਜ਼ ਟੂ ਦ ਕਿੰਗ ਐਂਡ ਇੰਜੋਇਡ ਹਿਜ਼ ਫੇਵਰ ਐਂਡ ਕੌਨਫੀਡੈਂਸ। ਜਿਹੜਾ ਆਪਣਾ ਥੋਮਸ ਵੋਲਸੇ ਹੈ ਉਹ ਕਿੰਗ ਦੇ ਬਹੁਤ ਜ਼ਿਆਦਾ ਕਰੀਬ ਸੀਗਾ, ਅਤੇ ਉਸ ਦਾ ਜਿਹੜਾ ਫੇਵਰ ਹੈ ਕਿੰਗ ਦਾ, ਪੱਖਪਾਤ ਹੈ, ਐਂਡ ਕੌਨਫੀਡੈਂਸ ਮਤਲਬ ਜਿਹੜਾ ਕਿੰਗ ਹੈਨਰੀ ਹੈ ਉਸ ਦਾ ਪੱਖ ਲੈਂਦਾ ਸੀ ਥੋਮਸ ਵੋਲਸੇ ਦਾ, ਅਤੇ ਉਸ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਸੀ। ਹੀ ਬਿਕੇਮ ਦ ਆਰਚ ਬਿਸ਼ਪ ਆਫ ਯਾਰਕ। ਜਿਹੜਾ ਵੋਲਸੇ ਹੈ ਉਸ ਨੂੰ ਆਰਚ ਬਿਸ਼ਪ ਬਣਾਤਾ ਸੀ। ਬਿਸ਼ਪ ਹੁੰਦਾ ਪਾਦਰੀ, ਆਰਚ ਹੁੰਦਾ ਵੱਡਾ, ਪ੍ਰਧਾਨ ਮਤਲਬ ਪ੍ਰਧਾਨ ਜਿਹੜਾ ਪਾਦਰੀ ਹੈ ਉਸਨੂੰ ਯਾਰਕ ਜਗ੍ਹਾ ਦਾ ਨਾਮ ਹੈ, ਉੱਥੇ ਦਾ ਪਾਦਰੀ ਬਣਾ ਦਿੱਤਾ ਸੀਗਾ। ਹੀ ਵਾਜ਼ ਆਲਸੋ ਐਲੀਵੇਟਡ। ਐਲੀਵੇਟਡ ਹੁੰਦਾ ਉੱਨਤ ਕਰਨਾ ਜਾਂ ਉੱਪਰ ਚੱਕਣਾ, ਪ੍ਰਮੋਸ਼ਨ ਕਰਨਾ। ਹੀ ਵਾਜ਼ ਆਲਸੋ ਐਲੀਵੇਟਡ ਟੂ ਦ ਪੋਜੀਸ਼ਨ ਆਫ ਕਾਰਡੀਨਲ ਐਂਡ ਦੈਨ ਚਾਂਸਲਰ। ਉਸ ਤੋਂ ਬਾਅਦ ਉਸ ਨੂੰ ਕਾਰਡੀਨਲ ਬਣਾ ਦਿੱਤਾ ਗਿਆ, ਅਤੇ ਕਾਰਡੀਨਲ ਤੋਂ ਅੱਗੇ ਉਸ ਨੂੰ ਚਾਂਸਲਰ ਹੈ ਜਿਹੜਾ ਉਸ ਦੀ ਪੋਸਟ ਉੱਤੇ ਖੜਾ ਕਰ ਦਿੱਤਾ ਗਿਆ। ਅੱਗੇ ਦੇਖੋ ਨੈਕਸਟ ਪੁਆਇੰਟ ਹੈ ਵੋਲਸੇਜ਼ ਐਫਰਟ ਟੂ ਗੈਟ ਅਪਰੂਵਲ ਫਾਰ ਕਿੰਗਜ਼ ਡਿਵੋਰਸ। ਕਹਿੰਦੇ ਵੋਲਸੇ ਜਿਹੜਾ ਉਸ ਦੇ ਐਫਰਟਸ, ਉਸ ਦੀਆਂ ਕੋਸ਼ਿਸ਼ਾਂ ਟੂ ਗੈਟ ਅਪਰੂਵਲ ਫਾਰ ਕਿੰਗਜ਼ ਡਿਵੋਰਸ। ਜਿਹੜਾ ਕਿੰਗ ਹੈ, ਰਾਜ ਹੈ, ਉਸ ਨੇ ਡਿਵੋਰਸ ਲੈਣਾ ਸੀ, ਉਸ ਦੇ ਲਈ ਅਪਰੂਵਲ ਦਿਵਾਉਣ ਦੇ ਲਈ ਉਸ ਨੇ ਕੀ ਕੋਸ਼ਿਸ਼ਾਂ ਕੀਤੀਆਂ? ਵੋਲਸੇ ਨੇ। ਕਿੰਗ ਹੈਨਰੀ ਵਾਂਟਡ ਟੂ ਗੈਟ ਡਿਵੋਰਸ। ਜਿਹੜਾ ਕਿੰਗ ਹੈਨਰੀ ਹੈ ਉਹ ਮਤਲਬ ਡਿਵੋਰਸ ਲੈਣਾ ਚਾਹੁੰਦਾ ਸੀਗਾ ਕੁਈਨ ਕੈਥਰੀਨ, ਆਪਣੀ ਰਾਣੀ ਤੋਂ, ਕੈਥਰੀਨ ਤੋਂ, ਐਂਡ ਮੈਰੀ ਐਨ, ਅਤੇ ਐਨ ਨਾਂ ਦੀ ਜਿਹੜੀ ਹੈਗੀ ਹੈ ਔਰਤ, ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਬਿਕੋਜ਼ ਕਿਉਂਕਿ ਕੁਈਨ ਕੈਥਰੀਨ ਨੈਵਰ ਗੇਵ ਬਰਥ ਟੂ ਮੇਲ ਚਾਈਲਡ। ਕਿਉਂਕਿ ਜਿਹੜੀ ਰਾਣੀ ਸੀ ਇਹ ਕੈਥਰੀਨ ਕੁਈਨ, ਉਹ ਕਿਸੇ ਵੀ ਮੇਲ ਮਤਲਬ ਕਿਸੇ ਲੜਕੇ ਨੂੰ ਬਰਥ ਨਹੀਂ ਦੇ ਰਹੀ ਸੀ, ਉਸ ਦੇ ਸਿਰਫ ਲੜਕੀਆਂ ਹੋ ਰਹੀਆਂ ਸੀ। ਐਂਡ ਹੈਨਰੀ ਵਾਂਟਡ ਅ ਮੇਲ ਹੇਅਰ। ਅਤੇ ਜਿਹੜਾ ਹੈਨਰੀ ਹੈ ਰਾਜ ਹੈ ਉਹ ਚਾਹੁੰਦਾ ਸੀ ਕਿ ਉਸ ਦੇ ਘਰ ਕੋਈ ਬੱਚਾ ਹੋਵੇ ਜਿਹੜਾ ਕਿ ਮੇਲ ਹੋਵੇ, ਮੁੰਡਾ ਹੋਵੇ, ਕਹਿੰਦਾ ਮਤਲਬ ਜਿਹੜਾ ਕਿ ਉਸ ਦਾ ਵਾਰਿਸ ਬਣ ਸਕੇ। HEIR ਹੇਅਰ ਹੁੰਦਾ ਵਾਰਿਸ। ਵੋਲਸੇ ਵਾਂਟਡ ਟੂ ਗੈਟ ਅਪਰੂਵਲ ਫਾਰ ਕਿੰਗਜ਼ ਡਿਵੋਰਸ। ਸੋ ਇਸ ਲਈ ਜਿਹੜਾ ਵੋਲਸੇ ਹੈ ਉਹ ਅਪਰੂਵਲ ਚਾਹੁੰਦਾ ਸੀਗਾ, ਮਨਜ਼ੂਰੀ ਚਾਹੁੰਦਾ ਸੀਗਾ ਜਿਹੜਾ ਰਾਜ ਹੈ ਉਸ ਦੇ ਡਿਵੋਰਸ ਦੇ ਲਈ। ਉਹਨੇ ਬਹੁਤ ਕੋਸ਼ਿਸ਼ਾਂ ਕੀਤੀਆਂ। ਬਟ ਵੋਲਸੇ ਐਜ਼ ਕਾਰਡੀਨਲ, ਪਰ ਇੱਕ ਕਾਰਡੀਨਲ ਦੇ ਤੌਰ 'ਤੇ ਜਿਹੜਾ ਵੋਲਸੇ ਹੈ ਕੁਡ ਨਾਟ ਸਕਸੀਡ ਇਨ ਹਿਜ਼ ਐਫਰਟਸ। ਉਹ ਆਪਣੇ ਜਿਹੜੇ ਇਹ ਕੋਸ਼ਿਸ਼ਾਂ ਨੇ ਉਹਨਾਂ ਦੇ ਵਿੱਚ ਨਾਕਾਮਯਾਬ ਰਿਹਾ, ਮਤਲਬ ਡਿਵੋਰਸ ਦੇ ਲਈ ਅਪਰੂਵਲ ਹੈ ਜਿਹੜਾ ਨਹੀਂ ਲੈ ਸਕਿਆ। ਟੂ ਗੈਟ ਦ ਪੋਪਸ ਅਪਰੂਵਲ, ਜਿਹੜਾ ਪੋਪ ਹੁੰਦਾ ਪਾਦਰੀ, ਉਸ ਦੀ ਮਨਜ਼ੂਰੀ ਨਹੀਂ ਮਿਲ ਸਕੀ ਉਸ ਨੂੰ ਫਾਰ ਹੈਨਰੀਜ਼ ਡਿਵੋਰਸ,
ਵੀ ਹੈਨਰੀ ਹੈ ਜਿਹੜਾ ਉਸਨੂੰ ਡਿਵੋਰਸ ਮਿਲ ਸਕੇ ਫਰੋਮ ਕੁਈਨ ਕੈਥਰੀਨ। ਉਹ ਕਾਮਯਾਬ ਨਹੀਂ ਹੋਇਆ ਡਿਵੋਰਸ ਦੇ ਲਈ ਅਪਰੂਵਲ ਲੈਣ ਦੇ ਲਈ। ਇਨ ਰਿਜ਼ਲਟ ਤਾਂ ਇਸ ਦਾ ਨਤੀਜਾ ਕੀ ਨਿਕਲਿਆ, ਹੀ ਵਾਜ਼ ਅਕਿਊਜ਼ਡ, ਅਕਿਊਜ਼ਡ ਹੁੰਦਾ ਹੈ ਮਤਲਬ ਬਲੇਮ ਕਰਨਾ, ਹੀ ਵਾਜ਼ ਅਕਿਊਜ਼ਡ ਫਾਰ ਟ੍ਰੇਜ਼ਨ, ਟ੍ਰੇਜ਼ਨ ਹੁੰਦਾ ਹੈ ਦਰੋਹੀ ਮਤਲਬ ਦੇਸ਼ ਦਰੋਹੀ ਜਾਂ ਰਾਜ ਦਰੋਹੀ। ਉਸ ਨੂੰ ਜਿਹੜਾ ਰਾਜ ਦਰੋਹੀ ਹੈ ਉਹ ਸਮਝਿਆ ਗਿਆ, ਉਸ 'ਤੇ ਬਲੇਮ ਲਾਤਾ ਗਿਆ ਵੀ ਇਹ ਰਾਜ ਦਰੋਹੀ ਹੈ, ਵੀ ਰਾਜੇ ਦਾ ਜਿਹੜਾ ਡਿਵੋਰਸ ਆ ਉਹ ਨਹੀਂ ਕਰਵਾ ਸਕਿਆ। ਔਨ ਦਾ ਵੇ ਟੂ ਲੰਦਨ ਮਤਲਬ ਲੰਦਨ ਦੇ ਵਿੱਚ ਰਸਤੇ ਦੇ ਵਿੱਚ ਜਦੋਂ ਉਸ 'ਤੇ ਦੇਸ਼ ਦਰੋਹੀ ਦਾ ਜਿਹੜਾ ਇਲਜ਼ਾਮ ਲਾ ਕੇ ਉਸ ਨੂੰ ਕੱਢਿਆ ਗਿਆ, ਹੀ ਬਿਕੇਮ ਇਲ, ਉਹ ਬਿਮਾਰ ਹੋ ਗਿਆ। ਐਂਡ ਟੁੱਕ ਸ਼ੈਲਟਰ ਐਟ ਲਿਸੈਸਟਰ, ਲਿਸੈਸਟਰ ਇੱਕ ਜਗ੍ਹਾ ਦਾ ਨਾਮ ਹੈ, ਇਸ ਜਗ੍ਹਾ ਦੇ ਉੱਪਰ ਮਤਲਬ ਉਹ ਠਹਿਰਿਆ, ਇਸ ਜਗ੍ਹਾ ਦੇ ਉੱਪਰ ਉਸਨੇ ਜਿਹੜੇ ਸ਼ੈਲਟਰ ਲੈਤਾ। ਨੈਕਸਟ ਪੁਆਇੰਟ ਹੈ ਜਿਹੜਾ ਫੇਟ ਆਫ ਮੈਨ, ਫੇਟ ਹੁੰਦਾ ਮਤਲਬ ਕਿਸਮਤ ਜਾਂ ਬਦਕਿਸਮਤ, ਕਿ ਆਦਮੀ ਦੀ ਕਿਸਮਤ ਹੈ ਜਿਹੜੀ ਉਸ ਬਾਰੇ ਦੱਸਿਆ ਗਿਆ। ਦ ਪੋਇਮ ਡਿਸਕ੍ਰਾਈਬਸ ਦ ਪੈਥੈਟਿਕ ਐਂਡ ਪੀਟੀਏਬਲ ਕੰਡੀਸ਼ਨਸ ਆਫ ਵੋਲਸੇ, ਜਿਹੜੀ ਪੋਇਮ ਹੈ ਉਹ ਆਪਾਂ ਨੂੰ ਦੱਸਦੀ ਹੈ ਪੈਥੈਟਿਕ ਐਂਡ ਪੀਟੀਏਬਲ, ਇਹਦਾ ਮਤਲਬ ਪੈਥੈਟਿਕ ਅਤੇ ਪੀਟੀਏਬਲ ਦੋਨਾਂ ਦਾ ਹੀ ਮਤਲਬ ਤਰਸਯੋਗ ਹੁੰਦਾ ਹੈ। ਵੋਲਸੇ ਦੀ ਜਿਹੜੀ ਇਹ ਕੰਡੀਸ਼ਨ ਹੈ ਤਰਸਯੋਗ, ਉਸ ਬਾਰੇ ਆਪਾਂ ਨੂੰ ਪਤਾ ਚੱਲਦਾ ਹੈ। ਐਜ਼ ਅ ਡਿਜੈਕਟਿਡ ਐਂਡ ਬ੍ਰੋਕਨ ਮੈਨ, ਇੱਕ ਡਿਜੈਕਟਿਡ ਹੁੰਦਾ ਹੈ ਉਦਾਸ, ਉਦਾਸ ਅਤੇ ਬ੍ਰੋਕਨ ਮੈਨ ਮਤਲਬ ਇੱਕ ਟੁੱਟਿਆ ਹੋਇਆ ਆਦਮੀ ਜਿਹੜਾ ਹਾਰਿਆ ਹੋਇਆ ਕਹਿ ਲਓ ਆਪਾਂ। ਦ ਫਸਟ ਪੋਰਸ਼ਨ ਆਫ ਦ ਪੋਇਮ ਬ੍ਰਿੰਗਸ ਔਨ ਦ ਸਰਫੇਸ ਹਿਜ਼ ਆਈਡੀਆ ਇਨ ਦ ਫਾਰਮ ਆਫ ਸੋਲੀਲੋਕੀ, ਜਿਹੜਾ ਇਸ ਪੋਇਮ ਦਾ ਜਿਹੜਾ ਫਸਟ ਪੋਰਸ਼ਨ ਹੈ, ਫਸਟ ਪੋਰਸ਼ਨ ਦੇ ਵਿੱਚ ਆਪਾਂ ਨੂੰ ਸੋਲੀਲੋਕੀ ਦਿਖਾਈ ਗਈ ਹੈ। ਸੋਲੀਲੋਕੀ ਹੁੰਦੀ ਹੈ ਕਿ ਜਦੋਂ ਆਪਾਂ ਆਪਣੇ ਮਨ ਦੇ ਵਿੱਚ ਆਪਣੇ ਆਪ ਨੂੰ ਹੀ ਗੱਲਾਂ ਸੁਣਾਉਂਦੇ ਹਾਂ, ਮਤਲਬ ਆਪਣੇ ਆਪ ਕੁਝ ਨਾ ਕੁਝ ਸੋਚਦੇ ਰਹਿੰਦੇ ਹਾਂ, ਉਸ ਨੂੰ ਬੋਲਦੇ ਨੇ ਸੋਲੀਲੋਕੀ, ਆਪਣੇ ਹੀ ਮਨ ਦੇ ਵਿੱਚ ਬੋਲੀ ਜਾਣਾ, ਇਸ ਦੇ ਵਿੱਚ ਸੋਲੀਲੋਕੀ ਹੈ। ਅਤੇ ਸੋਲੀਲੋਕੀ ਕਿਸ ਦੀ ਹੈ, ਇਹ ਸੋਲੀਲੋਕੀ ਹੈਗੀ ਹੈ ਵੋਲਸੇ ਦੀ। ਐਂਡ ਦਾ ਸੈਕੰਡ ਪੋਰਸ਼ਨ ਇਜ਼ ਅਡਰੈਸਡ ਟੂ ਕ੍ਰੋਮਵੈਲ, ਕ੍ਰੋਮਵੈਲ ਹੈ ਇੱਕ ਬੰਦਾ, ਮਤਲਬ ਕ੍ਰੋਮਵੈਲ ਵੀ ਕਰੈਕਟਰ ਹੈ ਇਸ ਪੋਇਮ ਦੇ ਵਿੱਚ, ਜਿਹੜਾ ਕਿ ਵੋਲਸੇ ਹੈ ਉਸ ਦੇ ਉੱਪਰ ਬਹੁਤ ਜ਼ਿਆਦਾ ਤਰਸ ਕਰਦਾ ਇਹ ਕ੍ਰੋਮਵੈਲ ਹੈ ਜਿਹੜਾ। ਅਤੇ ਸੈਕੰਡ ਪੋਰਸ਼ਨ ਦੇ ਵਿੱਚ ਜਿਹੜਾ ਵੋਲਸੇ ਹੈ ਉਹ ਕ੍ਰੋਮਵੈਲ ਨੂੰ ਸਮਝਾਉਂਦਾ, ਉਸ ਨੂੰ ਐਡਰੈਸ ਕਰਦਾ, ਉਸ ਨੂੰ ਬਹੁਤ ਸਾਰੀਆਂ ਗੱਲਾਂ ਸਮਝਾਉਂਦਾ ਕਿ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਵੋਲਸੇ ਐਕਸਪ੍ਰੈਸਿਜ਼ ਹਿਜ਼ ਫੀਲਿੰਗਸ, ਆਪਣੀ ਜਿਹੜੀ ਫੀਲਿੰਗਸ ਨੇ ਉਹਨਾਂ ਨੂੰ ਐਕਸਪ੍ਰੈਸ ਕਰਦਾ ਵੋਲਸੇ ਇਨ ਵੈਰੀ ਪ੍ਰੋਫੋਂਡਿਟੀ ਹੁੰਦਾ ਗਹਿਰਾਈ ਦੇ ਵਿੱਚ, ਬਹੁਤ ਗੰਭੀਰਤਾ ਦੇ ਨਾਲ। ਹੀ ਥਿੰਕਸ ਦੈਟ ਹਿਜ਼ ਐਂਡ ਇਜ਼ ਨੀਅਰ ਐਂਡ ਸੋ ਹੀ ਬਿਡਸ ਫੇਅਰਵੈਲ ਟੂ ਹਿਜ਼ ਪਾਟਰਨ ਹੁੰਦਾ ਜਿਸ ਤਰ੍ਹਾਂ ਕਿ ਆਪਣੇ ਦੇਖਣ ਵਾਲੇ ਜਾਂ ਆਪਣੇ ਚਾਹੁਣ ਵਾਲੇ ਹੈ ਨਾ। ਜਿਹੜਾ ਵੋਲਸੇ ਹੈ ਉਹ ਕਹਿੰਦਾ ਕਿ ਉਸ ਦਾ ਜਿਹੜਾ ਅੰਤ ਹੈ ਹੁਣ ਨੇੜੇ ਆ ਗਿਆ, ਫੇਅਰਵੈਲ ਹੁੰਦਾ ਅਲਵਿਦਾ ਕਹਿਣ ਦਾ, ਉਹਦਾ ਟਾਈਮ ਆ ਗਿਆ ਅਤੇ ਹੁਣ ਉਹ ਜਾਣਾ ਚਾਹੁੰਦਾ, ਮਤਲਬ ਉਸ ਦਾ ਜਿਹੜਾ ਐਂਡ ਹੈ ਉਹ ਨਜ਼ਦੀਕ ਹੈਗਾ। ਹਿਜ਼ ਫਿਲੋਸਫੀ ਇਜ਼ ਅਪੀਲਿੰਗ ਬਿਕੋਜ਼ ਆਲ ਦਾ 3 times ਆਫ ਹਿਊਮਨ ਲਾਈਫ ਹੈਜ਼ ਬੀਨ ਪੋਰਟਰੇਡ, ਮਤਲਬ ਅੱਗੇ ਉਹ ਜਿਹੜੀ ਫਿਲੋਸਫੀ ਆਪਣੀ ਫਿਲੋਸਫੀ ਕਰਦਾ, ਜਿਹੜੇ ਹਿਊਮਨ ਬੀਇੰਗਸ ਨੇ ਉਹਨਾਂ ਦੇ 3 times 3 ਭਾਗਾਂ ਦੇ ਵਿੱਚ ਮਤਲਬ ਉਸਨੇ ਹਿਊਮਨ ਲਾਈਫ ਨੂੰ ਜਿਹੜਾ ਡਿਵਾਈਡ ਕੀਤਾ ਹੈ। ਅ ਪਰਸਨ ਇੰਜੋਇਜ਼ ਫਸਟ ਡੇ, ਮਤਲਬ ਪਹਿਲੇ ਦਿਨ ਕਹਿਣ ਦਾ ਮਤਲਬ ਕਿ ਹਿਊਮਨ ਬੀਇੰਗ ਹੈ ਜਿਹੜਾ ਉਸਦੀ ਲਾਈਫ ਨੂੰ 3 ਭਾਗਾਂ ਦੇ ਵਿੱਚ ਡਿਵਾਈਡ ਕੀਤਾ। ਇੱਕ ਤਾਂ ਆਪਣਾ ਪਹਿਲਾ ਪੋਰਸ਼ਨ ਆ ਗਿਆ ਬਚਪਨ ਵਾਲਾ, ਅਤੇ ਦੂਸਰਾ ਇੱਕ ਮਿਡਲ ਏਜ ਜਿਹੜੀ ਆਪਣੀ ਆ ਗਈ, ਅਤੇ ਇੱਕ ਲਾਸਟ ਆਪਣਾ ਬੁਢਾਪੇ ਵਾਲਾ ਆ ਗਿਆ। ਸੋ ਅ ਪਰਸਨ ਇੰਜੋਇਜ਼ ਫਸਟ ਡੇ, ਪਹਿਲੇ ਦਿਨ ਕਹਿੰਦਾ ਕੀ ਹੈ ਜਿਹੜਾ ਪਰਸਨ ਹੈ ਉਹ ਇੰਜੋਏ ਕਰਦਾ ਪੂਰਾ ਆਪਣੀ ਪਹਿਲੀ ਲਾਈਫ ਦੇ ਵਿੱਚ, ਆਫ ਹੋਪ ਮਤਲਬ ਆਸ਼ਾ ਹੁੰਦੀ ਹੈ ਉਸਨੂੰ ਆਪਣੀ ਅੱਗੇ ਵਾਲੀ ਜ਼ਿੰਦਗੀ ਦੀ। ਸੈਕੰਡ ਡੇ ਆਫ ਬਲੋਸਮ, ਅਤੇ ਦੂਜੇ ਦਿਨ ਕੀ ਹੈ ਜਿਹੜੀ ਮਿਡਲ ਲਾਈਫ ਆ ਉਹਦੇ ਵਿੱਚ ਵਿਕਸਿਤ ਹੋ ਜਾਂਦਾ, ਉਹ ਕਾਮਯਾਬ ਹੋ ਜਾਂਦਾ। ਥਰਡ ਡੇਜ਼ ਆਫ ਡਿਜੈਕਸ਼ਨ, ਅਤੇ ਲਾਸਟ ਜਿਹੜੀ ਏਜ ਹੈ ਉਹਦੇ ਵਿੱਚ ਕੀ ਹੈ ਡਿਜੈਕਸ਼ਨ ਮਤਲਬ ਉਦਾਸ ਹੁੰਦਾ। ਹੀ ਡਿਡ ਹਿਜ਼ ਬੈਸਟ ਟੂ ਸਰਵ ਹਿਜ਼ ਲਾਰਡ ਲਾਈਕ ਅ ਰਾਈਪਨਡ ਫਰੂਟ ਐਜ਼ ਕੰਪੋਨੈਂਟ ਟੂ ਹਿਜ਼ ਗ੍ਰੇਟਨੈਸ, ਕਹਿੰਦਾ ਉਸਨੇ ਆਪਣੇ ਕਿੰਗ ਦੀ ਬਹੁਤ ਸੇਵਾ ਕੀਤੀ, ਆਪਣੇ ਭਗਵਾਨ ਦੇ ਵਾਂਗੂ ਸੇਵਾ ਕੀਤੀ, ਜਿਵੇਂ ਕਿ ਇੱਕ ਰਾਈਪਨਡ ਫਰੂਟ, ਜਿਵੇਂ ਕਿ ਇੱਕ ਜਿਹੜਾ ਪੱਕਿਆ ਹੋਇਆ ਇੱਕ ਫਲ ਹੁੰਦਾ ਹੈ, ਜਿਸ ਤਰ੍ਹਾਂ ਕਿ ਉਹ ਸਵਾਦਿਸ਼ਟ ਹੁੰਦਾ, ਉਸਦੀ ਮਿਠਾਸ ਹੁੰਦੀ ਹੈ ਉਸ ਤਰ੍ਹਾਂ। ਬਟ ਹੀ ਫਾਲਸ ਡਾਊਨ ਲਾਈਕ ਦ ਸੇਮ ਐਜ਼ ਦਾ ਰਾਈਪਨਡ ਫਰੂਟ, ਪਰ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਕਹਿੰਦਾ ਇੱਕ ਪੱਕਿਆ ਹੋਇਆ ਫਰੂਟ ਹੈ ਜਿਹੜਾ ਜਦੋਂ ਜ਼ਿਆਦਾ ਪੱਕ ਜਾਂਦਾ ਫਿਰ ਉਹ ਡਿੱਗ ਵੀ ਪੈਂਦਾ, ਉਸੇ ਤਰ੍ਹਾਂ ਕਹਿੰਦਾ ਸੇਮ ਉਸੇ ਨਾਲ ਹੋਇਆ, ਅਤੇ ਉਹ ਬਾਅਦ ਦੇ ਵਿੱਚ ਕੀ ਹੈ ਫਾਲ ਡਾਊਨ ਹੋ ਗਿਆ, ਮਤਲਬ ਉਹ ਡਿੱਗ ਪਿਆ ਜ਼ਿੰਦਗੀ ਦੇ ਵਿੱਚ, ਉਸ ਨੂੰ ਪੂਰਾ ਉਸ ਦਾ ਮੁੱਲ ਹੈ ਜਿਹੜਾ ਨਹੀਂ ਮਿਲਿਆ ਉਸਦੀ ਸੇਵਾ ਜਿੰਨੀ ਕੀਤੀ ਸੀ। ਦਿਸ ਸ਼ੋਜ਼, ਇਹ ਚੀਜ਼ ਆਪਾਂ ਨੂੰ ਕੀ ਦਿਖਾਉਂਦੀ ਹੈ, ਦੈਟ ਆਲ ਇਜ਼ ਹਾਰਡ ਵਰਕਿੰਗ, ਉਸ ਦੀ ਮਤਲਬ ਜਿੰਨੀ ਵੀ ਹਾਰਡ ਵਰਕਿੰਗ ਹੈ ਸਾਰੀ ਉਸਨੇ ਕੰਮ ਕੀਤਾ। ਇਨ ਫੇਵਰ ਆਫ ਦ ਕਿੰਗ ਪ੍ਰੂਵਜ਼ ਟੂ ਬੀ
फर्टिल। वो सारी कहना बेकार गई ਜਿਹੜੀ ਉਸਨੇ ਕਿੰਗ ਦੇ ਲਈ ਸੇਵਾ ਜਿਹੜੀ ਉਹ ਕੀਤੀ ਸੀ। ही हैज़ सीन मैनी ग्लोरीअस मूवमेंट्स, उसने बहुत सारे ग्लोरीअस मूवमेंट देखे, मतलब खुशियां भरे मूवमेंट्स ने ਜਿਹੜੇ ਬਤੀਤ ਕੀਤੇ ਉਸਨੇ ਇੰਜੋਏ ਕੀਤਾ। बट नाउ एवरीथिंग हैज़ फेडड, पर हुण ਜਿਹੜਾ ਸਾਰਾ ਕੁਝ ਹੈ ਕਹਿੰਦਾ ਉਹ ਕੀ ਹੈ ਫੇਡਡ। ਫੇਡਡ ਹੁੰਦਾ ਕਮਲਾਉਣਾ ਜਾਂ ਧੁੰਦਲਾ ਪੈ ਜਾਣਾ। ਫੇਡਡ ਅਵੇ ਵੀ ਸਾਰਾ ਕੁਝ ਹੈ ਜਿਹੜਾ ਉਹ ਧੁੰਦਲਾ ਪੈ ਗਿਆ। ही इज़ टायर्ड आफ्टर मच सर्विस, ਉਹ ਮਤਲਬ ਥੱਕ ਚੁੱਕਿਆ ਬਹੁਤ ਸਾਰੀ ਸੇਵਾ ਕਰਕੇ। ਐਂਡ ਹੇਟਸ ਵੇਨ ਪੌਂਪ ਐਂਡ ਗਲੋਰੀ ਆਫ ਦਾ ਵਰਲਡ, ਅਤੇ ਉਹ ਇਸ ਸੰਸਾਰ ਦੀਆਂ ਜਿਹੜੀਆਂ ਝੂਠੀਆਂ ਪੌਂਪ ਸ਼ਾਨ ਅਤੇ ਗਲੋਰੀਅਸ ਗੌਰਵ ਹੈ ਉਸ ਤੋਂ ਹੁਣ ਥੱਕ ਚੁੱਕਿਆ। ਹੀ ਫੀਲਸ ਟੂ ਬੀ ਪੂਅਰ, ਉਹ ਆਪਣੇ ਆਪ ਨੂੰ ਗਰੀਬ ਮਹਿਸੂਸ ਕਰ ਰਿਹਾ ਹੈ। ਡਿਪੈਂਡਿੰਗ ਔਨ ਕਿੰਗਸ ਫੇਵਰ, ਜਿਹੜਾ ਕਿ ਰਾਜੇ ਦੀ ਮਿਹਰਬਾਨੀ ਦੇ ਉੱਤੇ ਹੀ ਮਤਲਬ ਉਹ ਕਰਦਾ ਹੈ ਵੀ ਰਾਜੇ ਦੀ ਮਿਹਰਬਾਨੀ ਦੇ ਉੱਤੇ ਹੀ ਆਧਾਰਿਤ ਹੈ। ਹੀ ਹੈਜ਼ ਗੋਨ ਥਰੂ ਪੈਂਗਸ, ਪੈਂਗਸ ਹੁੰਦਾ ਦਰਦ, ਪੈਂਗਸ ਐਂਡ ਫੀਅਰਸ ਲਾਈਕ ਦ ਫਾਲ ਆਫ ਲੂਸੀਫਰ, ਜਿਸ ਤਰ੍ਹਾਂ ਕਿ ਲੂਸੀਫਰ ਨੂੰ ਦੁੱਖ ਉਠਾਉਣੇ ਪਏ ਸੀਗੇ, ਦਰਦ ਉਠਾਉਣੇ ਪਏ ਸੀ, ਡਰ ਉਠਾਉਣਾ ਪਿਆ ਸੀ, ਉਸੇ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਹੁਣ ਵਾਲਸ ਹੈ। ਹੀ ਇਜ਼ ਹੋਪਲੈਸ ਅਬਾਊਟ ਹਿਜ਼ ਕੰਡੀਸ਼ਨ, ਆਪਣੀ ਕੰਡੀਸ਼ਨ ਦੇ ਪ੍ਰਤੀ ਹੁਣ ਜਿਹੜੀ ਉਸ ਦੀ ਦਸ਼ਾ ਹੈ ਉਸ ਦੇ ਪ੍ਰਤੀ ਉਹ ਹੋਪਲੈਸ ਹੈ, ਉਸਨੂੰ ਕੋਈ ਆਸ਼ਾ ਨਹੀਂ ਹੈਗੀ, ਹੋਪ ਨਹੀਂ ਹੈਗੀ। ਅਡਰੈਸਡ ਟੂ ਕ੍ਰੋਮਵੈਲ, ਹੁਣ ਇਸ ਪੁਆਇੰਟ ਦੇ ਵਿੱਚ ਕੀ ਹੈ ਉਹ ਕ੍ਰੋਮਵੈਲ ਹੈ ਜਿਹੜਾ ਉਸ ਨੂੰ ਸਮਝਾ ਰਿਹਾ ਹੈ, ਐਡਰੈਸ ਕਰ ਰਿਹਾ ਹੈ। ਇਨ ਸੈਕੰਡ ਪੋਰਸ਼ਨ ਆਫ ਦਾ ਪੋਇਮ ਦ ਸਪੀਕਰ ਐਡਰੈਸਸ ਕ੍ਰੋਮਵੈਲ, ਜਿਹੜਾ ਸੈਕੰਡ ਪੋਰਸ਼ਨ ਹੈ ਉਸ ਦੇ ਵਿੱਚ ਜਿਹੜਾ ਸਪੀਕਰ ਹੈ ਉਸ ਨੂੰ ਮਤਲਬ ਕ੍ਰੋਮਵੈਲ ਨੂੰ ਕੁਝ ਗੱਲਾਂ ਜਿਹੜੀਆਂ ਉਹ ਸਮਝਾਉਂਦਾ ਹੈ। ਇਨ ਆਰਡਰ ਟੂ ਓਪਨ ਹਿਜ਼ ਹਾਰਟ ਟੂ ਮੇਕ ਹਿਮ ਅਵੇਅਰ ਅਬਾਊਟ ਡੈਸਪੀਰੇਟ ਕੰਡੀਸ਼ਨਸ, ਉਸ ਨੂੰ ਮਤਲਬ ਉਸ ਦਾ ਜਿਹੜਾ ਮਨ ਹੈ ਉਸ ਨੂੰ ਇਹ ਸਮਝਾਉਣ ਦੇ ਲਈ ਅਵੇਅਰ ਕਰਨ ਦੇ ਲਈ ਅਬਾਊਟ ਡੈਸਪੀਰੇਟ ਕੰਡੀਸ਼ਨਸ, ਮਤਲਬ ਜਿਹੜੀਆਂ ਲਾਚਾਰੀ ਵਾਲੀਆਂ ਕੰਡੀਸ਼ਨਸ ਨੇ ਉਹਨਾਂ ਦੇ ਪ੍ਰਤੀ ਸੁਚੇਤ ਕਰਨ ਦੇ ਲਈ ਉਸ ਨੂੰ ਕਿ ਕੀ ਹੁੰਦਾ ਇਸ ਕੰਡੀਸ਼ਨ ਦੇ ਵਿੱਚ। ਸਮਵਟ ਅਵੇਅਰਨੈਸ, ਸਮਵਟ ਹੁੰਦਾ ਥੋੜ੍ਹਾ ਬਹੁਤ, ਸਮਵਟ ਅਵੇਅਰਨੈਸ ਹੈਜ਼ ਰਿਅਲਾਈਜ਼ਡ ਵਾਲਸੇ ਅਬਾਊਟ ਦਾ ਫਿਊਚਰ ਪ੍ਰੋਸਪੈਕਟ, ਫਿਊਚਰ ਪ੍ਰੋਸਪੈਕਟ ਮਤਲਬ ਹੋਪ, ਕੁਝ ਕੁ ਕਹਿੰਦੇ ਜਿਹੜੀ ਅਵੇਅਰਨੈਸ ਹੈ ਉਸ ਨੂੰ ਮਿਲੀ ਵਾਲਸੇ ਨੂੰ, ਠੀਕ ਹੈ, ਕਾਹਦੇ ਲਈ ਰਿਅਲਾਈਜ਼ਡ ਹੋਇਆ ਉਸ ਨੂੰ ਅਬਾਊਟ ਦਾ ਫਿਊਚਰ ਹੋਪ, ਆਪਣੇ ਫਿਊਚਰ ਦੇ ਹੋਪ ਲਈ। ਪਹਿਲਾਂ ਮਤਲਬ ਬਿਲਕੁਲ ਹੀ ਹੋਪਲੈਸ ਹੋ ਗਿਆ ਸੀ ਆਪਣੇ ਫਿਊਚਰ ਪ੍ਰਤੀ ਵੀ ਕੀ ਬਣੂਗਾ, ਦਿਲ ਸਿੱਟ ਗਿਆ ਸੀ, ਤੇ ਹੁਣ ਉਸ ਨੂੰ ਥੋੜ੍ਹਾ ਜਿਹਾ ਇਹ ਫੀਲ ਹੁੰਦਾ ਹੈ ਆਪਣੇ ਫਿਊਚਰ ਬਾਰੇ ਕਿ ਨਹੀਂ ਥੋੜ੍ਹੀ ਬਹੁਤੀ ਹੋਪ ਹੈ ਜਿਹੜੀ ਉਸ ਵਿੱਚ ਆਉਂਦੀ ਹੈ। ਸਮ ਪਾਵਰਫੁਲ ਆਈਡੀਆਜ਼ ਹੈਵ ਮੇਡ ਹਿਮ ਬੋਲਡ ਇਨਫ, ਕੁਝ ਕੁ ਜਿਹੜੇ ਪਾਵਰਫੁਲ ਆਈਡੀਆ ਨੇ ਉਹਨਾਂ ਨੇ ਉਸ ਨੂੰ ਥੋੜ੍ਹਾ ਬੋਲਡ ਬਣਾਇਆ ਗਾ ਵਾਲਸੇ ਨੂੰ। ਟੂ ਇੰਸਪਾਇਰ ਕ੍ਰੋਮਵੈਲ ਨੋਟ ਟੂ ਸ਼ੈਡ ਟੀਅਰਸ ਓਵਰ ਹਿਜ਼ ਮਿਸਰੀਜ਼, ਮਤਲਬ ਉਸ ਨੂੰ ਇੰਸਪਾਇਰ ਕਰਦਾ ਕ੍ਰੋਮਵੈਲ ਨੂੰ ਕਿ ਉਸ ਦੇ ਦੁੱਖਾਂ ਉੱਤੇ ਉਹ ਜ਼ਿਆਦਾ ਮਤਲਬ ਹੰਝੂ ਆ ਜਿਹੜਾ ਉਹ ਨਾ ਬਹਾਵੇ। ਵਾਲਸੇ ਨੂੰ ਕਹਿ ਰਿਹਾ ਹੈ ਆਪਣਾ ਕ੍ਰੋਮਵੈਲ ਨੂੰ ਕਹਿ ਰਿਹਾ ਉਹ ਵਾਲਸੇ ਕਿ ਮੇਰੇ ਦੁੱਖਾਂ ਦੇ ਉੱਤੇ ਹੰਝੂ ਜ਼ਿਆਦਾ ਨਾ ਬਹਾ। ਦ ਸਪੀਕਰ ਵੁੱਡ ਲਾਈਕ ਟੂ ਫੋਰਗੈਟ ਹਿਜ਼ ਪਾਸਟ ਸਫਰਿੰਗਸ, ਅਤੇ ਜਿਹੜਾ ਸਪੀਕਰ ਹੈ ਉਹ ਚਾਹੁੰਦਾ ਹੈ ਕਿ ਭੁੱਲ ਜਾਵੇ ਉਸ ਦੇ ਪਾਸਟ ਨੇ ਜਿਹੜੇ ਉਸ ਦੇ ਸਫਰਿੰਗਸ ਦੁੱਖ ਨੇ, ਜਿਹੜੇ ਪਾਸਟ ਦੇ ਜਿਹੜੇ ਦੁੱਖ ਨੇ ਉਸਨੇ ਉਠਾਏ ਨੇ ਦੁੱਖ ਪਾਸਟ ਦੇ ਵਿੱਚ, ਉਹਨਾਂ ਨੂੰ ਭੁੱਲ ਜਾਵੇ। ਆਫਟਰ ਹਿਜ਼ ਡੈਥ, ਕਿਉਂਕਿ ਉਸ ਦੀ ਮੌਤ ਤੋਂ ਬਾਅਦ ਨੋਬਡੀ ਵਿਲ ਬੀ ਦੇਅਰ ਟੂ ਰਿਮੈਂਬਰ ਹਿਮ, ਕਿਉਂਕਿ ਉਸ ਦੀ ਮੌਤ ਤੋਂ ਬਾਅਦ ਇੱਥੇ ਕੋਈ ਵੀ ਉਸ ਨੂੰ ਯਾਦ ਕਰਨ ਵਾਲਾ ਨਹੀਂ ਹੋਵੇਗਾ। ਕਹਿੰਦਾ ਹਿਜ਼ ਫਾਲ ਹੈਜ਼ ਬਿਕਮ ਅ ਗ੍ਰੇਟ ਐਗਜ਼ਾਮਪਲ ਆਫ ਲੈਸਨ ਫਾਰ ਕ੍ਰੋਮਵੈਲ ਟੂ ਗੈਟ ਆਊਟ ਆਫ ਆਲ ਐਂਬੀਸ਼ਨਸ ਹੁੰਦੇ ਨੇ ਡਿਜ਼ਾਇਰ, ਇੱਛਾਵਾਂ। ਕਹਿੰਦਾ ਉਸ ਦੀ ਮੌਤ ਤੋਂ ਬਾਅਦ ਜਦੋਂ ਉਸ ਦਾ ਅੰਤ ਹੋ ਜਾਵੇਗਾ ਇੱਕ ਬਹੁਤ ਵੱਡੀ ਐਗਜ਼ਾਮਪਲ ਹੋਊਗੀ ਕ੍ਰੋਮਵੈਲ ਦੇ ਲਈ। ਟੂ ਗੈਟ ਆਊਟ ਆਲ ਐਂਬੀਸ਼ਨਸ, ਕਿ ਜਿਹੜੀਆਂ ਸਾਰੀਆਂ ਇੱਛਾਵਾਂ ਨੇ ਉਹਨਾਂ ਨੂੰ ਭੁੱਲ ਜਾਵੇ, ਖਤਮ ਕਰ ਦੇਵੇ। ਵਿਚ ਅਦਰਵਾਈਜ਼, ਜਿਹੜੀਆਂ ਕਿ ਵਿਚ ਅਦਰਵਾਈਜ਼ ਲੀਡ ਟੂ ਟ੍ਰੈਜਡੀ, ਜਿਹੜੀਆਂ ਕਿ ਉਸ ਨੂੰ ਅਦਰਵਾਈਜ਼ ਟ੍ਰੈਜਡੀ ਦੀ ਤਰਫ ਲੈ ਜਾਣਗੀਆਂ, ਦੁੱਖਾਂ ਦੀ ਤਰਫ ਹੈ ਜਿਹੜਾ ਉਹ ਲੈ ਜਾਣਗੀਆਂ। ਹੀ ਪ੍ਰੀਚਸ ਕ੍ਰੋਮਵੈਲ ਦੈਟ ਯੂ ਸ਼ੁੱਡ ਲਵ ਟੂ ਆਲ ਹੂ ਹੇਟ ਯੂ, ਕਹਿੰਦਾ ਜਿਹੜੇ ਤੈਨੂੰ ਨਫ਼ਰਤ ਕਰਦੇ ਨੇ ਉਹਨਾਂ ਸਾਰਿਆਂ ਨੂੰ ਹੀ ਤੂੰ ਕੀ ਕਰੀ, ਪਿਆਰ ਕਰੀ। ਐਂਡ ਕੀਪ ਅਵੇ ਫਰੋਮ ਕਰਪਸ਼ਨ ਐਂਡ ਫਰੋਮ ਐਨਵੀਅਸ ਟੋਂਗਸ, ਐਨਵੀਅਸ ਟੋਂਗਸ ਹੁੰਦਾ ਈਰਖਾਲੂ, ਮਤਲਬ ਈਰਖਾ ਤੋਂ ਦੂਰ ਨਹੀਂ, ਕਰਪਸ਼ਨ ਤੋਂ ਦੂਰ ਨਹੀਂ। ਜਸਟਿਸ ਇਜ਼ ਦਾ ਰਾਈਟ ਪਾਥ ਐਂਡ ਇਟ ਮੇਕਸ ਯੂ ਫੀਅਰਲੈਸ, ਜਿਹੜਾ ਜਸਟਿਸ ਹੈ ਕਹਿੰਦਾ ਉਹ ਇੱਕ ਵਧੀਆ ਰਾਈਟ ਪਾਥ ਹੈ ਉਹ, ਅਤੇ ਉਹ ਤੈਨੂੰ ਕੀ ਹੈ ਫੀਅਰਲੈਸ ਬਣਾਊਗਾ ਜਸਟਿਸ ਹੈ ਜਿਹੜਾ। ਹੀ ਗਾਈਡਸ ਕ੍ਰੋਮਵੈਲ ਟੂ ਬੀ ਅ ਬਲੈਸਡ ਮਰਟਾਇਰ, ਮਰਟਾਇਰ ਹੁੰਦਾ ਹੈ ਸ਼ਹੀਦ, ਗਾਈਡਸ ਮਰਟਾਇਰ ਐਂਡ ਸਰਵ ਦਾ ਕਿੰਗ, ਮਤਲਬ ਕਿ ਤੂੰ ਇੱਕ
शहीदी भी प्राप्त कर सकता है। कहना तू एक शहीद बनी तो किंग है जिहड़ा उसकी मतलब सेवा करता रही, किंग नूं सर्व करी। ही वॉन्ट्स टू गिव अप ऑल द मटीरियल थिंग्स, कहना वो चाहता कि सारे मटीरियल थिंग्स ने जिहड़े चीज़ां ने संसार दियां उन्हां नूं गिव अप करी, उन्हां नूं भुल जावीं, मतलब संसारिक चीज़ों के विच ना पई। एंड सर्व द किंग एज गॉड, अते जिहड़ा किंग है उसकी सेवा करी एक परमात्मा की तरह, रब की तरह। सो द सेंट्रल थीम रिवॉल्व्स, रिवॉल्व्स का घूमना, ये जी सेंट्रल थीम है वो किस दे आले दुआले घूमती है, राउंड द आइडिया ऑफ सैल्फ रियलाइजेशन। तो जी सारी थीम है इस अपनी पोइम की वो सैल्फ रियलाइजेशन के आले दुआले घूमती है। सैल्फ रियलाइजेशन मतलब कि अनुभव होना अपने आप को, जिस तरह की वॉल्से नूं होया, वो मतलब वॉल्से नूं सारा अनुभव हो गया कि की चीज़ां उन्हें गलत कीतियां अते किहड़ियां चीज़ां दा उन्हें फल की मिलिया। सो इसी अपनी जिहड़ी पोइम है किंग हैनरी 8th, थोड़ी लंबी जरूर होगी बट फिर भी आसान है, कोई ज़्यादा औखी नहीं हैगी। सो जेकर तुहानूं ये वधिया लगी है, चंगी लगी है तो लाइक शेयर तो कमेंट जरूर करो, और जेकर चैनल उपर नवे हो तो चैनल को सबसक्राइब करना बिल्कुल ना भुल्लिओ। सो मिलते हैं अगली पोइम लैके, उदों तक दिओ इजाजत। थैंक यू सो मच।